ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਆਵਾ ਰੋਜ਼ ਸਤ ਸੰਗਤ ਰੂਪ ਦੇ ਵਿੱਚ ਸਾਰੇ ਇਕੱਤਰ ਹੁੰਦੇ। ਸਾਧ ਸੰਗਤ ਨੂੰ ਸਤਿਗੁਰੂ ਸਕੂਲ ਕਹਿੰਦੇ, ਜਿੱਥੇ ਆ ਕੇ ਫਿਰ ਅਸੀਂ ਇਹ ਸਾਰੀ ਸਿੱਖਿਆ ਲੈਣੀ, ਬ੍ਰਹਮ ਦਾ ਗਿਆਨ ਲੈਣਾ, ਬ੍ਰਹਮ ਵਿਦਿਆ ਸਾਰੀ ਜੋ ਗੁਰਬਾਣੀ ਗੁਰੂ ਹੈ, 1430 ਅੰਗ, ਇਹ ਸਾਰਾ ਬ੍ਰਹਮ ਦਾ ਗਿਆਨ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦਾ ਗਿਆਨ। ਬ੍ਰਹਮ ਕਹਿੰਦੇ ਪਰਮਾਤਮਾ ਨਿਰੰਕਾਰ ਵਾਹਿਗੁਰੂ। ਕਿਵੇਂ ਇਹ ਸਾਰਾ ਬ੍ਰਹਮ ਤੋਂ ਪਸਾਰਾ ਹੋਇਆ, ਜੋ ਆਪਾਂ ਵਿਚਾਰ ਕੀਤੀ ਵੀ ਕਿਵੇਂ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋਏ, ਕਿਵੇਂ ਇਹ ਸਾਰਾ ਬ੍ਰਹਮ ਤੋਂ ਅੱਗੇ ਪਸਾਰਾ ਹੋਇਆ, ਬ੍ਰਹਮੋਂ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਹੁਣ ਮਹਾਰਾਜ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ, ਜਿਹੜਾ ਇਹ ਵਿਚਾਰ ਨੂੰ ਸੁਣਦਾ, ਸੁਣ ਕੇ ਮਨ ਦਾ ਕਮਾਉਂਦਾ ਹੈ, ਉਹ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਧਰੇ ਪਾਰ। ਬਈ ਜਿਹੜਾ ਇਹ ਬ੍ਰਹਮ ਦੀ ਵਿਚਾਰ ਨੂੰ ਸੁਣਦਾ ਅਤੇ ਸੁਣ ਕੇ ਕਮਾਉਂਦਾ ਹੈ, ਮੰਨਦਾ ਹੈ, ਉਹ ਪਾਰ ਹੋ ਜਾਂਦਾ। ਹੁਣ ਆਓ ਅਸੀਂ ਕਿੱਥੋਂ ਪਾਰ ਹੋਣਾ, ਕਿਹੜਾ ਭਵ ਸਾਗਰ ਹੈ ਅਤੇ ਕੀ ਖੇਲ ਚੱਲਦਾ। ਇਹ ਭਵ ਸਾਗਰ ਕਹਿੰਦੇ ਆ ਤ੍ਰੈ ਗੁਣਾਂ, ਮਾਇਆ ਇਹਨੂੰ ਕਹਿ ਦਿੱਤਾ ਅਤੇ ਇਹਨੂੰ ਭਵ ਸਾਗਰ ਦਾ ਵੀ ਨਾਮ ਦਿੱਤਾ। ਹੁਣ ਸਾਡਾ ਜਿਹੜਾ ਮਨ ਹੈ ਇਹ ਭਵ ਸਾਗਰ ਦੇ ਵਿੱਚ ਆ ਗਿਆ ਜੀ। ਹੁਣ ਇਹ ਭਵ ਸਾਗਰ ਤੋਂ ਅਸੀਂ ਬਾਹਰ ਨਿਕਲਣ, ਅਤੇ ਇਹ ਬਾਹਰ ਨਿਕਲ ਕੇ ਜਾਣਾ ਕਿੱਥੇ ਹੈ, ਉੱਪਰ ਆਪਦੇ ਘਰ।
10ਵਾਂ ਦਵਾਰ ਜਿਹਨੂੰ ਕਹਿੰਦੇ ਥਿਰ ਘਰ ਨਿਜ ਮਹਿਲ ਕਹਿੰਦੇ, ਇਹਨੂੰ ਸਹਿਜ ਗੁਫਾ ਕਹਿੰਦੇ, ਮੰਦਰ ਕਹਿੰਦੇ, ਕੋਠੜੀ ਗੁਰਦੁਆਰਾ ਕਹਿੰਦੇ। ਹੁਣ ਸਾਡੇ ਮਾਨੇ ਗੁਰਦੁਆਰੇ ਦੇ ਵਿੱਚ ਜਾਣ, ਇੱਥੋਂ ਨਿਕਲ ਕੇ ਭਵ ਸਾਗਰ ਤੋਂ ਇੱਥੇ ਪਹੁੰਚਣਾ। ਹੁਣ ਇੱਥੇ ਅਸੀਂ ਆਪਦੀ ਮੱਤ ਦੁਆਰਾ ਨਹੀਂ ਜਾ ਸਕਦੇ, ਚਾਹੇ ਅਸੀਂ ਸਾਰੀ ਉਮਰ ਲੱਗੇ ਰਹੀਏ। ਸਾਨੂੰ ਇਹ ਆਪਦੇ ਨਾ ਦਾ ਘਰ ਦਾ ਭੇਤ ਆਵੇ ਤੇ ਨਾ ਅਸੀਂ ਘਰ ਜਾ ਸਕੀਏ। ਸੋ ਇਹ ਫਿਰ ਆਪਾਂ ਨੂੰ ਘਰ ਦਾ ਭੇਤ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਦਿੱਤਾ, ਜਿਹੜੇ ਘਰ ਗਏ, ਜਿਨ੍ਹਾਂ ਨੂੰ ਮਾਲਕ ਨੇ ਆਪਣਾ ਆਪਾ ਜਣਾਇਆ, ਆਪਣਾ ਆਪਾ ਬੁਝਾਇਆ। ਫਿਰ ਉਹਨਾਂ ਦੀ ਡਿਊਟੀ ਲਾਉਂਦੇ ਵੀ ਹੁਣ ਅੱਗੇ ਤੁਸੀਂ ਸਮਝਾਓ, ਦੱਸੋ ਬਈ, ਤਾਂ ਕਿ ਜੀਵ ਸਮਝ ਜਾਣ ਵੀ ਇਹ ਇੱਕ ਖੇਲ ਹੈ। ਅਸੀਂ ਹੁਣ ਇਹ ਭਵ ਸਾਗਰ ਦੇ ਵਿੱਚ ਆ ਗਏ ਹਾਂ ਅਤੇ ਭਵ ਸਾਗਰ ਤੋਂ ਅਸੀਂ ਬਾਹਰ ਨਿਕਲ ਕੇ ਆਪਦੇ ਘਰ ਵਾਪਸ ਚਲੇ ਜਾਈਏ। ਹੁਣ ਇਹੋ ਭੇਦ ਸਾਨੂੰ ਦੇਣ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰ ਦਾ ਖਿਤਾਬ ਦੇ ਕੇ ਇਹਨਾਂ ਨੂੰ ਸੰਸਾਰ 'ਚ ਭੇਜੀ, ਬਈ ਜੋ ਅਸੀਂ ਇੱਥੇ ਮਾਇਆ ਦੇ ਵਿੱਚ ਭਵ ਸਾਗਰ 'ਚ ਡੁੱਬ ਰਹੇ ਸੀ, ਬਈ ਸਾਨੂੰ ਡੁੱਬਦੇ ਹੋਏ ਜੀਵਾਂ ਨੂੰ ਬਾਹਰ ਕੱਢ ਕੇ ਸਾਨੂੰ ਇਹ ਭਵ ਸਾਗਰ ਤੋਂ ਪਾਰ ਲੰਘਾ ਕੇ ਘਰੇ ਪਹੁੰਚਾ ਦੇਣਗੇ। ਮਾਰੇ ਫਰਮਾਉਂਦੇ ਪ੍ਰਥਮੇ ਨਾਨਕ ਚੰਦ, ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਬਈ ਸਾਨੂੰ ਜੀਵਾਂ ਨੂੰ ਤਾਰਨ ਵਾਸਤੇ ਸੰਸਾਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਏ, ਉਹਨਾਂ ਨੇ ਆ ਕੇ ਫਿਰ ਸਾਨੂੰ ਇਹ ਸਾਰਾ ਖੇਲ ਸਮਝਾਇਆ। ਬਈ ਸਾਡਾ ਜਿਹੜਾ ਮਨ ਹੈ ਦਿਨ ਦੇ ਸਮੇਂ ਇਸ ਲੋਕ ਵਿੱਚ ਆਉਂਦਾ, ਸਰੀਰ ਨੂੰ ਲੋਕ ਕਹਿੰਦੇ। ਜਦੋਂ ਰਾਤ ਹੁੰਦੀ ਅਸੀਂ ਇਹ ਲੋਕ ਨੂੰ ਛੱਡ ਕੇ ਅਸੀਂ ਵਾਪਸ ਆਪਦੇ ਦੇਸ਼ ਨੂੰ ਜਾਣਾ ਹੁੰਦਾ, ਪਰ ਲੋਕ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਦਿਵਸ ਰਾਤ ਦੋਇ ਦਾਈ ਦਾਇਆ ਖੇਲ ਹੈ ਸਗਲ ਜਗਤ, ਵੀ ਸਾਰਾ ਜਗਤ ਦੇ ਖੇਲ ਦੇ ਵਿੱਚ ਖੇਲ ਰਿਹਾ ਅਤੇ ਆਪਾਂ ਵੀ ਆ ਗਏ। ਹੁਣ ਜਦੋਂ ਅਸੀਂ ਖੇਲ 'ਚ ਆਉਂਦੇ ਹਾਂ, ਅਸੀਂ ਇੱਧਰ ਆ ਜਾਂਦੇ, ਇਹ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ। ਤ੍ਰੈ ਗੁਣ ਕਹਿੰਦੇ ਇਹਨਾਂ ਨੂੰ, ਤਿੰਨ ਗੁਣ, ਇਹ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਹੁਣ ਇਹਦੇ ਵਿੱਚ ਆ ਕੇ ਸਾਡਾ ਮਨ ਇੱਥੇ ਸੌਂ ਜਾਂਦਾ, ਇੱਥੇ ਲਹਿਰਾਂ ਚੱਲਦੀਆਂ, ਵਿਚਾਰ ਚੱਲਦੇ, ਤ੍ਰੈ ਗੁਣਾਂ 'ਚ ਫੁਰਨੇ ਚੱਲਦੇ। ਇੱਥੇ ਇਹ ਭਵ ਸਾਗਰ, ਇਹਦੇ ਵਿੱਚ ਲਹਿਰਾਂ ਉੱਠਦੀਆਂ। ਇਸੇ ਵਰਤਾਏ ਮਹਾਰਾਜ ਸਾਨੂੰ ਰੋਜ਼ ਕਹਿੰਦੇ, ਤਿਹੀ ਗੁਣੀ ਸੰਸਾਰ ਭਰਮ ਸੁੱਤ, ਸੁਤਿਆਂ ਰਹਿਣ ਵਿਹਾਣੀ। ਬਈ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਸਾਡੇ ਜਿਹੜੇ ਮਨ ਨੇ ਇਹ ਭਰਮ ਦੇ ਵਿੱਚ ਆ ਕੇ ਇੱਥੇ ਸੌਂ ਗਏ। ਸੁਤੇ ਕਿਵੇਂ ਨੇ? ਇਹਨਾਂ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਹੁਣ ਜ਼ਿਆਦਾ ਕਿ ਸਾਡੇ ਅੰਦਰ ਵਿਚਾਰ ਚੱਲਦੇ, ਫੁਰਨੇ ਚੱਲਦੇ, ਉਹਨਾਂ ਸਮਾਂ ਮਨ ਹੈ ਜਿਹੜਾ ਇਹ ਸੁੱਤਾ ਹੋਈ। ਹੁਣ ਫਿਰ ਇਸ ਲਈ ਮਨ ਨੂੰ ਸਮਝਾਉਂਦੇ ਵੀ ਤੂੰ ਇੱਥੇ ਸੁੱਤਾ ਨਾ ਰਹੇ, ਤੂੰ ਇੱਥੇ ਭਰਮ ਦੇ ਵਿੱਚ ਨਾ ਰਹੇ, ਕਿਉਂਕਿ ਇੱਥੇ ਭਰਮ ਹੈ। ਤ੍ਰੈ ਗੁਣ ਭਰਮ ਭੁਲਾਈ, ਇਹਨਾਂ ਤਿੰਨਾਂ ਗੁਣਾਂ 'ਚ ਭਰਮ ਭੁਲੇਖਾ। ਬਈ ਤੁਸੀਂ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠੋ, ਤੁਸੀਂ ਆਪਦੇ ਘਰ ਆਵੋ, ਤੁਸੀਂ ਚੌਥੇ ਪਦ ਵਿੱਚ ਆਓ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਲੋਕ ਵਿੱਚ ਆਏ, ਉਹਨਾਂ ਨੇ ਆ ਕੇ ਦੇਖਿਆ ਵੀ ਜੀਵ ਜਿਹੜੇ ਲੱਗੇ ਹੋਏ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਭਗਤੀ ਕਰਨ ਵਾਸਤੇ, ਉਹ ਇਹ ਸਰੀਰ ਨੂੰ ਕਸ਼ਟ ਦਿੰਦੇ, ਜਿਹੜਾ ਤਨ ਇਹਦੇ ਦੁਆਰਾ ਭਗਤੀ ਕਰਦੇ। ਕੋਈ ਪਾਣੀ ਦੇ ਵਿੱਚ ਖੜਾ ਹੋ ਜਾਂਦਾ ਵੀ ਸਾਰੀ ਸਾਰੀ ਰਾਤ ਪਾਣੀ 'ਚ ਖੜੇ ਰਹਾਂਗੇ ਅਤੇ ਭਗਤੀ ਕਰਾਂਗੇ।
ਸਰੀਰ ਨੂੰ ਕਸ਼ਟ ਦਿੰਦੇ। ਕੋਈ ਪੁੱਠਾ ਲਮਕ ਜਾਂਦਾ, ਕੋਈ ਲੱਤਾਂ ਬੰਨ੍ਹ ਕੇ ਖੂਹ ਦੇ ਵਿੱਚ ਲਮਕ ਜਾਂਦੇ, ਕੋਈ ਦਰਖਤ ਨਾਲ ਲੱਤਾਂ ਬੰਨ੍ਹ ਕੇ ਉਹਦੇ ਨਾਲ ਪੁੱਠਾ ਲਮਕ ਜਾਂਦੀ, ਕੋਈ ਚਾਰ ਚੁਫੇਰੇ ਅੱਗ ਬਾਲ ਕੇ ਉਹਦੇ ਵਿੱਚ ਬੈਠ ਜਾਂਦੀ। ਗੁਰੂ ਨਾਨਕ ਪਾਤਸ਼ਾਹ ਜਦੋਂ ਉਹਨਾਂ ਨੇ ਆ ਕੇ ਦੇਖੇ ਬਈ ਇਹਨਾਂ ਦੇ ਅੰਦਰ ਵਿਛੋੜੇ ਦਾ ਦੁੱਖ ਤਾਂ ਮਹਿਸੂਸ ਕਰਦੇ ਨੇ, ਤੜਫ ਵੀ ਹੈ, ਪਰ ਇਹਨਾਂ ਨੂੰ ਭਗਤੀ ਦਾ ਗਿਆਨ ਨਹੀਂ ਵੀ ਭਗਤੀ ਕਿਸ ਨੇ ਕਰਨੀ ਹੈ ਅਤੇ ਭਗਤੀ ਕਰਨੀ ਕਿਵੇਂ। ਉਹ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਭਗਤੀ ਕਰਦੇ। ਇੱਥੇ ਮਤਲਬ ਸਰੀਰ ਨੂੰ ਕਸ਼ਟ ਦਿੰਦੇ, ਸਰੀਰ ਨੂੰ ਦੁੱਖ ਦਿੰਦੇ। ਮਹਾਰਾਜ ਨੇ ਫਿਰ ਸਾਨੂੰ ਦੱਸਿਆ ਵੀ ਇਹਦੇ ਵਿੱਚ ਜੇ ਅਸੀਂ ਰਵਾਂਗੇ, ਇੱਧਰ ਖੇਲ ਚੱਲਦਾ ਪਾਉਣ ਦਾ, ਇਹ ਜਦੋਂ ਸਾਡਾ ਮਨ ਪਾਉਣ 'ਚ ਆ ਕੇ ਮਿਲਦਾ ਤਾਂ ਇਹਨਾਂ ਤਿੰਨਾਂ ਗੁਣਾਂ 'ਚ ਆ ਜਾਂਦਾ। ਜਾ ਕੇ ਅਸੀਂ ਪਾਉਣ ਦੇ ਨਾਲ ਮਿਲੇ ਰਵਾਂਗੇ, ਸਾਡੇ ਵਿਚਾਰ ਨਹੀਂ ਰੁਕਣਗੇ, ਸਾਡੇ ਫੁਰਨੇ ਨਹੀਂ ਰੁਕਣਗੇ। ਫਿਰ ਉਹਨਾਂ ਨੇ ਸਾਨੂੰ ਸੌਖੀ ਭਗਤੀ ਦੱਸੀ, ਨਿਰਾਲੀ, ਵੱਖਰੀ, ਬਈ ਜਿੱਥੇ ਜੀਵ ਸਾਰੀ ਸਾਰੀ ਰਾਤ ਜਾਗਦੇ, ਸਰੀਰ ਨੂੰ ਕਸ਼ਟ ਦਿੰਦੇ, ਸਰੀਰ ਨੂੰ ਦੁੱਖ ਦਿੰਦੇ, ਗੁਰੂ ਨਾਨਕ ਪਾਤਸ਼ਾਹ ਨੇ ਭਗਤੀ ਦਾ ਰੁੱਖ ਹੀ ਬਦਲ ਦਿੱਤਾ। ਉਹਨਾਂ ਨੇ ਆਖਿਆ ਵੀ ਤੁਸੀਂ ਜਿੰਨਾ ਛੇਤੀ ਹੋ ਸਕਦਾ ਤੁਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਨੀ ਅਤੇ ਤੁਸੀਂ ਸੁੰਨ 'ਚ ਜਾਣਾ। ਸੁੰਨ ਕਹਿੰਦੇ ਨੀਂਦ ਨੂੰ, ਵੀ ਸਿਮਰਨ ਕਰਦੇ ਜਿੰਨੀ ਛੇਤੀ ਹੋ ਸਕਦਾ ਤੁਸੀਂ ਸੌਂ ਜਾਓ। ਜਿਹਨੂੰ ਅਸੀਂ ਆਪਣੀ ਭਾਸ਼ਾ 'ਚ ਨੀਂਦ ਕਹਿੰਦੇ ਹਾਂ, ਵੀ ਸਿਮਰਨ ਕਰਦੇ ਕਰਦੇ ਸਾਨੂੰ ਨੀਂਦ ਆ ਜਾਂਦੀ, ਅਸੀਂ ਸੌਂ ਜਾਂਦੇ ਹਾਂ, ਉਹਨੂੰ ਗੁਰਬਾਣੀ ਗੁਰੂ ਜੀ ਸੁੰਨ ਕਹਿੰਦੀ। ਉਹ ਸੁੰਨ ਸਾਡਾ ਅਸਲ ਘਰ ਹੈ, ਸਾਡੇ ਮਾਤਾ ਪਿਤਾ ਦਾ ਘਰ ਹੈ। ਇਹ ਜਿਹੜਾ ਸਰੀਰ ਇਹ ਬੇਗਾਨਾ ਘਰ ਹੈ, ਇਹਨੂੰ ਮਾਇਆ ਕਹਿੰਦੇ, ਕਾਲ ਦਾ ਦੇਸ਼, ਇਹ ਨਾਸਵਾਨ, ਇਹਨੂੰ ਮਿਥਿਆ ਹੋਇਆ ਕਹਿੰਦੇ। ਇੱਧਰ ਆ ਮਾਇਆ ਸੂਖਮ ਤ੍ਰੈਗੁਣ, ਦੂਸਰੀ ਮਾਇਆ ਇਹ ਦ੍ਰਿਸ਼ਟ ਮਨ ਸਰੀਰ ਜਿਹੜਾ ਸਾਨੂੰ ਦਿਖਾਈ ਦਿੰਦਾ। ਹੁਣ ਮਹਾਰਾਜ ਸਾਨੂੰ ਫਿਰ ਕਹਿੰਦੇ ਵੀ ਇਹ ਤੁਸੀਂ ਬੇਗਾਨੇ ਘਰ ਵੱਸਦੇ ਹੋ ਅਤੇ ਬੇਗਾਨੇ ਘਰ ਦੇ ਵਿੱਚ ਵਿਚਾਰ ਚੱਲਦੇ ਫੁਰਨੇ। ਤੁਸੀਂ ਹੁਣ ਜਿੰਨਾ ਛੇਤੀ ਹੋ ਸਕਦਾ ਸਿਮਰਨ ਕਰਦੇ ਕਰਦੇ ਸੌਂ ਜਾਓ, ਸੁੰਨ 'ਚ ਚਲੇ ਜਾਓ। ਜਦੋਂ ਅਸੀਂ ਸੁੰਨ ਵਿੱਚ ਜਾਵਾਂਗੇ, ਉਹ ਸੁੰਨ ਸਾਡਾ ਅਸਲ ਘਰ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਰਮਾਉਂਦੇ, ਸਤਿਗੁਰ ਤੇ ਪਾਏ ਵਿਚਾਰਾ, ਸੁੰਨ ਸਮਾਧ ਸੱਚੀ ਕਰਵਾਰਾ। ਬਈ ਅਸੀਂ ਸੁੰਨ ਵਿੱਚ ਚਲੇ ਗਏ, ਸਮਾਧੀ 'ਚ ਚਲੇ ਗਏ, ਅਸੀਂ ਆਪਦੇ ਘਰ ਚਲੇ ਗਏ। ਕਿੱਥੇ ਇੱਧਰ ਵਿਚਾਰ ਚੱਲਦੇ ਸੀ, ਫੁਰਨਿਆਂ ਵਿੱਚ ਦੁਖੀ ਹੋ ਰਹੀ ਸੀ। ਹੁਣ ਇਸ ਲਈ ਫਿਰ ਉਹਨਾਂ ਨੇ ਸਾਨੂੰ ਨਿਰਾਲੀ ਭਗਤੀ ਦੱਸੀ, ਬਈ ਇੱਧਰ ਤ੍ਰੈ ਗੁਣਾਂ ਦੇ ਵਿੱਚ ਜਦ ਤੱਕ ਤੁਸੀਂ ਰਹੋਗੇ, ਇੱਥੇ ਵਿਚਾਰ ਚੱਲਦੇ ਰਹਿਣਗੇ, ਫੁਰਨੇ ਚੱਲਦੇ ਰਹਿਣਗੇ। ਤੁਸੀਂ ਤ੍ਰੈ ਗੁਣਾਂ ਨੂੰ ਮੇਟੋ, ਤੁਸੀਂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰੋ, ਸਿਮਰਨ ਕਰੋ, ਤੁਸੀਂ ਆਪਦੇ ਘਰ ਆ ਜਾਓ। ਇੱਥੇ ਤੁਸੀਂ ਚੌਥੇ ਪਦ ਵਿੱਚ ਆ ਜਾਓ। ਜਦੋਂ ਅਸੀਂ ਚੌਥੇ ਪਦ 'ਚ ਚਲੇ ਜਾਵਾਂਗੇ, ਨਿਰਾਲੀ ਭਗਤੀ, ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਹਾਂ ਭਗਤ ਨਿਰਾਰੀ। ਬਈ ਇਹ ਤ੍ਰੈ ਗੁਣਾਂ ਨੂੰ ਮੇਟ ਕੇ ਚੌਥੇ ਪਦ ਵਿੱਚ ਜਾਣ। ਜਦੋਂ ਅਸੀਂ ਚੌਥੇ ਪਦ 'ਚ ਚਲੇ ਜਾਵਾਂਗੇ, ਫਿਰ ਸਾਡੇ ਅੰਦਰੋਂ ਹਉਮੈ ਜਿਹੜੀ ਇਹਦਾ ਨਾਸ ਹੁੰਦਾ। ਨਹੀਂ ਤਾਂ ਜਦੋਂ ਜੀਵ ਇੱਥੇ ਭਗਤੀ ਕਰਦੇ ਤਿੰਨਾਂ ਗੁਣਾਂ ਦੇ ਵਿੱਚ, ਇੱਥੇ ਜੀਵ ਦੇ ਅੰਦਰੋਂ ਹਉਮੈ ਨਹੀਂ ਜਾਂਦੀ, ਹੰਕਾਰ ਨਹੀਂ ਜਾਂਦਾ। ਤਾਂਹੀਓ ਉਹ ਕੀ ਕਰਦੇ, ਪੁਰਾਤਨ ਸਮਿਆਂ ਦੇ ਵਿੱਚ ਜਦੋਂ ਜੀਵ ਭਗਤੀ ਵੀ ਕਰਦੇ, ਉਹ ਕਿਸੇ ਨੂੰ ਵਰ ਦੇ ਦਿੰਦੇ, ਕਿਸੇ ਨੂੰ ਸਰਾਪ ਦੇ ਦਿੰਦੇ। ਉਹਨਾਂ ਦੇ ਅੰਦਰੋਂ ਜਾਣੀ ਦੀ ਹਉਮੈ, ਹੰਕਾਰ ਜਿਹੜਾ ਉਹ ਖਤਮ ਨਾ ਹੁੰਦਾ।
ਹੁਣ ਮਹਾਰਾਜ ਨੇ ਫਿਰ ਸਾਨੂੰ ਦੱਸਿਆ ਵੀ ਜਦ ਤੱਕ ਅਸੀਂ ਇਹਨਾਂ 'ਚ ਰਵਾਂਗੇ ਸਾਡੇ ਅੰਦਰੋਂ ਹਉਮੈ ਨਹੀਂ ਜਾਣੀ। ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਇੱਥੋਂ ਉੱਪਰ ਉੱਠੋ ਤੇ ਤੁਸੀਂ ਚੌਥੇ ਪਦ ਵਿੱਚ ਆਓ, ਆਪਣੇ ਘਰ ਆਓ। ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਬਈ ਜਦੋਂ ਅਸੀਂ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ 'ਚ ਚਲੇ ਗਏ, ਉੱਥੇ ਬ੍ਰਹਮ ਬ੍ਰਹਮ ਹੈ ਤੇ ਸਾਡੇ ਅੰਦਰੋਂ ਹਉਮੈ ਖਤਮ ਹੋ ਜਾਣੀ, ਅਸੀਂ ਬ੍ਰਹਮ ਮਾਲਕ ਨੂੰ ਮਿਲ ਲੈਣਾ। ਸੋ ਇਹ ਫਿਰ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਸੌਖੀ ਭਗਤੀ ਦੱਸੀ, ਨਿਰਾਲੀ ਭਗਤੀ ਵੱਖਰੀ। ਬਈ ਜਦ ਤੱਕ ਹੁਣ ਅਸੀਂ ਇੱਧਰ ਰਵਾਂਗੇ ਇਹਨਾਂ ਤਿੰਨਾਂ ਗੁਣਾਂ 'ਚ ਅਸੀਂ ਭਗਤੀ ਨਹੀਂ ਕਰ ਸਕਦੇ ਸੀ। ਇੱਥੇ ਇਹਨਾਂ ਨੇ ਸਾਨੂੰ ਭਰਮ 'ਚ ਰੱਖਣਾ, ਸਾਨੂੰ ਭੁਲੇਖੇ 'ਚ ਰੱਖਣਾ। ਹੁਣ ਜਦੋਂ ਮਨ ਇੱਥੇ ਹੁੰਦਾ ਇਹਨਾਂ ਦੇ ਵਿੱਚ, ਇਹ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ, ਉਦੋਂ ਫਿਰ ਇਹ ਕਿਸੇ ਨਾ ਕਿਸੇ ਮੰਗ ਦੇ ਵਿੱਚ ਹੀ ਰਹਿੰਦੇ, ਚਾਹੇ ਇਹਦੀ ਮੰਗ ਛੋਟੀ ਹੋਵੇ ਚਾਹੇ ਵੱਡੀ ਹੋਵੇ। ਹੁੰਦਾ ਇਹਦਾ ਕੋਈ ਨਾ ਕੋਈ ਸਵਾਰਥ ਹੀ। ਗੁਰਬਾਣੀ ਪੜ੍ਹੇਗਾ ਤਾਂ ਵੀ ਸਵਾਰਥ ਰੱਖੇਗਾ ਵੀ ਮੇਰਾ ਆਹ ਕੰਮ ਹੋ ਜਾਵੇ, ਮੈਂ ਇੰਨੇ ਪਾਠ ਕਰਾਂ। ਗੁਰੂ ਘਰ ਜਾਏਗਾ, ਤੀਰਥਾਂ 'ਤੇ ਜਾਏਗਾ, ਪਹਿਲਾਂ ਸੁੱਖਣਾ ਸੁੱਖ ਲਏਗਾ ਵੀ ਮੇਰੀ ਆਹ ਸੁੱਖ ਹੈ, ਮੈਂ ਸੁੱਖਣਾ ਸੁੱਖ ਕੇ ਆਇਆ ਅਤੇ ਫਿਰ ਵੀ ਸੁੱਖਣਾ ਪੂਰੀ ਹੋ ਗਈ ਅਤੇ ਫਿਰ ਮੈਂ ਫਿਰ ਜਾਵਾਂ। ਮਤਲਬ ਇੱਥੇ ਕਿਸੇ ਨਾ ਕਿਸੇ ਇਹ ਮੰਗ ਦੇ ਵਿੱਚ ਹੀ ਰਹਿੰਦਾ। ਮੰਗ ਵੀ ਕਾਹਦੀ? ਆ ਸਰੀਰ ਦੀ। ਆਪਦੇ ਵਾਸਤੇ ਨਹੀਂ ਮੰਗੇਗਾ ਮਨ, ਇਹ ਸਰੀਰ ਵਾਸਤੇ ਮੰਗੇਗਾ, ਮਾਇਆ ਵਾਸਤੇ, ਕਿਉਂਕਿ ਜਿਹੜਾ ਸਾਰਾ ਕੁਛ ਨਾਸ ਬਨ ਮਿਥਿਆ ਉਹੀਓ ਮੰਗੇਗਾ। ਸੋ ਤਾਂ ਫਿਰ ਇਸ ਨੂੰ ਕਹਿੰਦੇ ਵੀ ਇਹ ਸੁੱਤਾ ਹੋਇਆ, ਇਹ ਭਰਮ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ, ਇਸੇ ਭਰਮ ਹੀ ਭਰਮ ਹੈ। ਮਾਇਆ ਇਹਨੂੰ ਭਰਮ 'ਚ ਭੁਲਾ ਦਿੰਦੀ। ਜਦੋਂ ਇਹ ਭਰਮ 'ਚ ਪੈ ਜਾਂਦੇ ਆਪਣਾ ਆਪਾ ਭੁੱਲ ਜਾਂਦਾ, ਆਪਣਾ ਸਰੂਪ ਭੁੱਲ ਜਾਂਦਾ, ਫਿਰ ਆਪਣੀ ਜਿਹੜੀ ਖੁਰਾਕ ਉਹ ਖੁਰਾਕ ਭੁੱਲ ਜਾਂਦਾ। ਫਿਰ ਅਸੀਂ ਪਹਿਨਣਾ ਕੀ ਹੈ, ਆਪਦਾ ਜਿਹੜਾ ਇਹਦਾ ਪਹਿਨਣਾ ਵੀ ਭੁੱਲ ਜਾਂਦਾ। ਜੋ ਆਪਣਾ ਮਾਤਾ ਪਿਤਾ ਨੂੰ ਵੀ ਭੁੱਲ ਜਾਂਦਾ, ਅਤੇ ਜਿਹੜਾ ਆਪਦਾ ਘਰ-ਬਾਰ ਉਹ ਘਰ-ਬਾਰ ਨੂੰ ਵੀ ਭੁੱਲ ਜਾਂਦਾ। ਫਿਰ ਮਹਾਰਾਜ ਇੱਥੇ ਫਿਰ ਇਸ ਦੀ ਹਾਲਤ ਦੱਸਦੇ ਵੀ ਇੱਥੇ ਆ ਕੇ ਫਿਰ ਇਹ ਮਾਇਆ ਇਹਨੂੰ ਇਸ ਤਰ੍ਹਾਂ ਭਰਮ 'ਚ ਭੁਲਾ ਦਿੰਦੀ ਬਈ ਮਾਲਕ ਨੂੰ ਜਦੋਂ ਇਹ ਭੁੱਲ ਜਾਂਦਾ ਫਿਰ ਇਹ ਰੋਗੀ ਹੋ ਜਾਂਦਾ। ਇਹਨੂੰ ਐਸੇ ਰੋਗ ਲੱਗਦੇ ਇੱਥੇ ਮਾਇਆ ਦੇ ਵਿੱਚ ਬਈ ਜਿਹੜੇ ਰੋਗਾਂ ਦਾ ਦਾਰੂ ਫਿਰ ਇਸ ਸੰਸਾਰ ਦੇ ਵਿੱਚ ਦੁਨਿਆਵੀ ਡਾਕਟਰ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਕਿਉਂ ਲੱਗਦੇ? ਕਿਉਂਕਿ ਮਾਇਆ ਦੇ ਵਿੱਚ ਆ ਕੇ ਇੱਥੇ ਮਾਲਕ ਨੂੰ ਭੁੱਲ ਜਾਂਦਾ, ਆਪਦੇ ਘਰ ਨੂੰ ਭੁੱਲ ਜਾਂਦਾ। ਸਤਿਗੁਰੂ ਫਰਮਾਉਂਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬਈ ਜਦੋਂ ਇਹ ਮਾਲਕ ਨੂੰ ਭੁੱਲ ਗਿਆ, ਮਨ ਸੀ ਜਿਹੜਾ ਰੋਗੀ ਹੋ ਗਿਆ। ਹੁਣ ਰੋਗ ਕੀ ਨੇ? ਰੋਗ ਇੱਥੇ ਆ ਤ੍ਰੈ ਗੁਣਾਂ ਦੇ ਵਿੱਚ ਰੋਗ ਹੀ ਰੋਗ, ਮਾਇਆ ਦੇ ਵਿੱਚ। ਇੱਥੇ ਜਦੋਂ ਰਜੋਗੁਣ 'ਤੇ ਆਉਂਦਾ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ, ਸਹਿੰਸੇ ਫਿਕਰ ਚਿੰਤਾਵਾਂ, ਇਹ ਰੋਗ। ਤਮੋ ਗੁਣ 'ਤੇ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਬੈਰ ਵਿਰੋਧ ਨਫ਼ਰਤ, ਇਹ ਰੋਗ। ਸਤੋ ਗੁਣ 'ਤੇ ਜਾਂਦਾ ਹੈ, ਸਤੋ ਗੁਣ 'ਤੇ ਵੀ ਇਹਨੂੰ ਭੇਦ ਨਹੀਂ ਵੀ ਮੈਂ ਸਤੋ ਗੁਣ ਤੋਂ ਜਾ ਕੇ ਇੱਥੋਂ ਉੱਪਰ ਉੱਠਣਾ। ਸਤੋ ਗੁਣ 'ਤੇ ਵੀ ਜਾ ਕੇ ਫਿਰ ਹਉਮੈ ਹੰਕਾਰ ਵਿੱਚ ਆ ਜਾਂਦਾ ਬਈ ਮੈਂ ਤਾਂ ਬਹੁਤ ਸੇਵਾ ਕਰਦਾ, ਮੈਂ ਤਾਂ ਬਹੁਤ ਪੁੰਨ ਦਾਨ ਕਰਦਾ। ਇੱਥੇ ਦੂਸਰਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਜਦੋਂ ਨਿੰਦਿਆ ਕਰਦਾ ਫਿਰ ਇੱਥੇ ਤਮੋ ਗੁਣ 'ਤੇ ਆ ਜਾਂਦਾ। ਜਾਣੀ ਦੀ ਇਸ ਤਰ੍ਹਾਂ ਫਿਰ ਇਹਦੇ ਵਿੱਚ ਚੱਲਦਾ ਜਿਹੜਾ ਕਿ ਸਾਰਾ ਹੀ ਨਾਸਵਾਨ। ਰਜੋ ਗੁਣ 'ਤੇ ਇਹ ਵੀ ਨਾਸਵਾਨ, ਤਮੋ ਗੁਣ ਇਹ ਵੀ, ਸਤੋ ਗੁਣ ਆ ਵੀ।
ਜਿਸ ਨੂੰ ਮਾਰੇ ਫਰਮਾਉਂਦੇ ਰਾਜ ਬਿਨਾਸੀ, ਬਈ ਇਹ ਰਜੋ ਗੁਣ। ਤਾਮ ਬਿਨਾਸੀ ਇਹ ਤਮੋ ਗੁਣ। ਸਾਤਕ ਵੀ ਬੇਨਾਦਾ ਇਹ ਸਤੋ ਗੁਣ। ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਵੀ ਬੇਨਾਦਾ। ਦ੍ਰਿਸ਼ਟ ਮਨ ਹੈ ਸਗਲ ਬਿਨਾਸੀ। ਦ੍ਰਿਸ਼ਟ ਮਨ ਕਹਿੰਦੇ ਸਰੀਰ, ਜੋ ਵੀ ਆਪਾਂ ਨੂੰ ਨਜ਼ਰ ਆਉਂਦਾ। ਇੱਕ ਸਾਧ ਬਚਨ ਅਗਧ, ਬਈ ਸਾਧੂਆਂ ਦੇ ਬਚਨ, ਸੰਤਾਂ ਦੇ ਬਚਨ, ਗੁਰੂ ਸਾਹਿਬਾਨਾਂ ਦੇ ਬਚਨ ਉਹ ਅਟਲ ਨੇ ਅਤੇ ਉਹ ਸੱਚ ਨੇ। ਬਾਕੀ ਇੱਧਰ ਸਾਰਾ ਕੁਛ ਹੀ ਨਾਸ ਬਨ, ਇਹ ਤ੍ਰੈ ਗੁਣ ਵੀ, ਇਹ ਦ੍ਰਿਸ਼ਟ ਮਨ ਸਰੀਰ ਵੀ, ਸਾਰਾ ਕੁਛ। ਹੁਣ ਜਦੋਂ ਸਾਡਾ ਮਨ ਫਿਰ ਇੱਥੇ ਹੁੰਦਾ, ਇਹ ਦ੍ਰਿਸ਼ਟ ਮਨ ਨਾਲ ਜੁੜਿਆ ਹੁੰਦਾ, ਇਹ ਸਰੀਰ ਦੇ ਨਾਲ, ਇਹ ਸਰੀਰ ਨੂੰ ਆਪਦਾ ਸਮਝਦਾ। ਫਿਰ ਇਹਨੂੰ ਜਦੋਂ ਆਪਦਾ ਸਮਝਦਾ, ਇਹਦੇ ਵਾਸਤੇ ਮੰਗਾਂ ਮੰਗਦਾ। ਸਰੀਰ ਦੀ ਤੰਦਰੁਸਤੀ, ਸਰੀਰ ਦੀਆਂ ਹੋਰ ਮੰਗਾਂ, ਸੰਸਾਰ ਦੀ, ਵੀ ਮੇਰੀ ਆਹ ਮੰਗ ਪੂਰੀ ਹੋਣੀ ਚਾਹੀਦੀ। ਉਦੋਂ ਫਿਰ ਇਹਨੂੰ ਕਹਿੰਦੇ ਵੀ ਮਨ ਭੁੱਲਿਆ ਹੋਏ। ਮਾਇਆ ਦੇ ਘਰ ਦੇ ਵਿੱਚ ਜਾ ਕੇ ਮਨ ਭੁੱਲੋ ਮਾਇਆ ਘਰ ਜਾਈ, ਵੀ ਇਹ ਮਾਇਆ ਦੇ ਘਰ 'ਚ ਜਾ ਕੇ ਭੁੱਲ ਗਿਆ। ਭੁੱਲਿਆ ਕਿਹਨੂੰ? ਮਾਲਕ ਨੂੰ ਭੁੱਲ ਗਿਆ ਅਤੇ ਆਪਦਾ ਘਰ ਵੀ ਭੁੱਲ ਗਿਆ। ਆਪਣਾ ਆਪਾ ਵੀ ਭੁੱਲ ਗਿਆ, ਆਪਦਾ ਸਰੂਪ ਵੀ ਭੁੱਲ ਗਏ। ਬਈ ਮੈਂ ਕੌਣ ਹਾਂ, ਕਿੱਥੋਂ ਆਏ। ਹੁਣ ਇਹਦੇ ਵਿੱਚ ਫਿਰ ਭਰਮ ਦੇ ਵਿੱਚ ਇਹ ਦੁਖੀ ਹੁੰਦਾ ਮਨ, ਜਿਹੜਾ ਇੱਥੇ ਦੁੱਖ। ਦੁੱਖ ਵੀ ਤਾਂ ਹੈ ਜਦੋਂ ਅਸੀਂ ਅਗਿਆਨਤਾ ਵਸ ਹੋ ਕੇ ਇੱਥੇ ਸੌਂ ਜਾਂਦੇ, ਫਿਰ ਦੁੱਖ। ਜੇ ਸਾਡਾ ਮਨ ਜਾਗਤ ਅਵਸਥਾ 'ਚ ਹੋਵੇ, ਫਿਰ ਅਸੀਂ ਜੇ ਇੱਥੇ ਆਵਾਂਗੇ ਵੀ, ਨਾਲ ਨਾਲ ਅਸੀਂ ਆਪਦਾ ਸਿਮਰਨ ਕਰਦੇ ਰਹਾਂਗੇ। ਜਦੋਂ ਕਰਮ ਤੋਂ ਵਿਹਲੇ ਹੋਏ, ਅਸੀਂ ਫਿਰ ਆਪਦੇ ਘਰ ਵਾਪਸ ਚਲੇ ਜਾਵਾਂਗੇ। ਗੁਰਮੁਖਾਂ ਵਾਸਤੇ ਤਾਂ ਇਹ ਇੱਕ ਖੇਲ ਬਣ ਜਾਂਦਾ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਵੀ ਉਹਨਾਂ ਵਾਸਤੇ ਤਾਂ ਇਹ ਇੱਕ ਖੇਲ ਹੈ। ਜਦੋਂ ਉਹਨਾਂ ਦੀ ਇੱਛਾ ਉਹ ਇੱਧਰ ਆ ਜਾਂਦੇ, ਇੱਥੇ ਆ ਕੇ ਖੇਲ ਲੈਂਦੇ। ਜਦੋਂ ਇੱਛਾ ਆਪਦੇ ਘਰ ਚਲੇ ਜਾਂਦੇ 10ਵੇਂ ਦਵਾਰ 'ਚ। ਜਦੋਂ ਇੱਛਾ ਇਹਨੂੰ ਛੱਡ ਕੇ ਆਪਦੇ ਦੇਸ਼ ਨੂੰ, ਪਰਲੋਕ ਨੂੰ ਉੱਪਰ ਚਲੇ ਜਾਂਦੇ। ਹੁਣ ਉਹਨਾਂ ਵਾਸਤੇ ਇੱਕ ਖੇਲ ਆ ਆਉਣਾ ਜਾਣਾ, ਕਿਉਂਕਿ ਉਹਨਾਂ ਨੇ ਇਹ ਖੇਲ ਨੂੰ ਚੰਗੀ ਤਰ੍ਹਾਂ ਸਮਝ ਲਿਆ। ਹੁਣ ਜਿਨ੍ਹਾਂ ਨੇ ਇਹ ਖੇਲ ਨੂੰ ਨਹੀਂ ਸਮਝਿਆ, ਉਹ ਭਰਮ ਦੇ ਵਿੱਚ ਆ ਕੇ ਉਹ ਇੱਥੇ ਦੀ ਵਾਸੀ ਬਣ ਕੇ ਰਹਿ ਜਾਂਦੇ। ਫਿਰ ਜਦੋਂ ਇੱਥੇ ਦੇ ਵਾਸੀ ਬਣਦੇ, ਫਿਰ ਇਹਦੀਆਂ ਗੱਲਾਂ ਚੱਲਦੀਆਂ ਇੱਥੇ ਮਾਇਆ ਦੀ। ਬਈ ਕਿਤੇ ਮਨ ਇਹ ਰਜੋਗੁਣ 'ਤੇ ਚਲਾ ਜਾਂਦਾ। ਜਦੋਂ ਰਜੋਗੁਣ 'ਤੇ ਜਾਂਦਾ, ਇੱਥੇ ਜਿਹੜੇ ਵਿਚਾਰ ਚੱਲਦੇ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ, ਸਹਿੰਸੇ ਫਿਕਰ, ਇਹਨਾਂ ਦੇ ਵਿੱਚ ਚਲਾ ਗਿਆ। ਕਿਤੇ ਤਮੋ ਗੁਣ 'ਤੇ ਚਲਾ ਜਾਂਦਾ। ਤਮੋ ਗੁਣ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਨਫ਼ਰਤ, ਹਉਮੈ, ਹੰਕਾਰ, ਕਿਤੇ ਇੱਥੇ ਚਲਾ ਜਾਂਦਾ। ਕਿਤੇ ਸਤੋ ਗੁਣ 'ਤੇ ਚਲਾ ਜਾਂਦਾ। ਇਹਦੇ ਵਿੱਚ ਦਇਆ, ਨਰਮਤਾ, ਸਹਿਣਸ਼ੀਲਤਾ, ਸਬਰ, ਸੰਤੋਖ ਨੇ। ਕਿਤੇ ਇੱਥੇ ਜਾ ਵੜਦਾ। ਫਿਰ ਇਹਦੇ ਵਿੱਚ ਇਸ ਤਰ੍ਹਾਂ ਇਹ ਤਰਲੋਕੀ 'ਚ ਘੁੰਮੀ ਜਾਂਦਾ। ਅਤੇ ਇਹਨਾਂ ਨੂੰ ਹੀ ਫਿਰ ਤ੍ਰੈ ਭਵਨ ਕਹਿੰਦੇ, ਤਰਲੋਕੀ। ਬਈ ਇਹ ਜਿਹੜਾ ਤਮੋ ਗੁਣ ਹੈ, ਇਹਨੂੰ ਪਤਾਲ ਲੋਕ ਕਹਿੰਦੇ। ਜਿਹੜਾ ਇਹ ਰਜੋ ਗੁਣ, ਇਹਨੂੰ ਭੂਮ ਲੋਕ ਕਹਿੰਦੇ। ਅਤੇ ਜਿਹੜਾ ਇਹ ਸਤੋ ਗੁਣ, ਇਹਨੂੰ ਆਕਾਸ਼ ਲੋਕ ਕਹਿੰਦੇ। ਜੇ ਹੁਣ ਅਸੀਂ ਇੱਥੋਂ ਬਾਹਰ ਨਹੀਂ ਨਿਕਲਾਂਗੇ, ਅਸੀਂ ਇੱਥੇ ਹੀ ਘੁੰਮਾਂਗੇ। ਕਿਤੇ ਆਕਾਸ਼ ਲੋਕ ਨੂੰ ਚਲੇ ਜਾਵਾਂਗੇ, ਪੰਛੀ ਬਣ ਜਾਵਾਂਗੇ। ਕਿਤੇ ਅਸੀਂ ਭੂਮ ਲੋਕ 'ਚ ਆ ਜਾਵਾਂਗੇ, ਦਰੱਖਤ, ਫਸਲ ਬਾੜੀਆਂ, ਇਹ ਬਣ ਜਾਵਾਂਗੇ। ਕਿਤੇ ਅਸੀਂ ਇਹ ਤਮੋ ਗੁਣ ਪਤਾਲ ਲੋਕ ਨੂੰ ਚਲੇ ਜਾਵਾਂਗੇ, ਪਾਣੀ ਦੇ ਜਾਨਵਰ ਬਣ ਜਾਵਾਂਗੇ। ਹੁਣ ਇੱਥੋਂ ਸਾਨੂੰ ਨਿਕਲਦਿਆਂ ਨੂੰ ਕਈ ਯੁੱਗ ਲੰਘ ਜਾਂਦੇ। ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ ਅਤਰਲੋਕੀ 'ਚੋਂ ਜੈਸ ਵਰਤਾਏ ਮਾਰੇ ਫਰਮਾਉਂਦੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ।
ਬਈ ਇੰਨੇ ਯੁੱਗ ਇੰਨਾ ਲੰਮਾ ਸਮਾਂ ਅਸੀਂ ਕਿੱਥੇ ਫਿਰਦੇ ਰਹਿੰਦੇ ਆ ਤ੍ਰੈ ਭਵਨ ਤਰਲੋਕੀ ਦੇ ਵਿੱਚ। ਬਈ ਕਦੇ ਅਸੀਂ ਇਹ ਪਾਣੀ ਦੇ ਜਾਨਵਰ ਬਣ ਕੇ ਡੱਡੂ ਮੱਛੀਆਂ 42 ਲੱਖ ਜੂਨ ਜਿਹੜੇ ਪਾਣੀ 'ਚ ਰਹਿੰਦੇ, ਕਿਤੇ ਅਸੀਂ ਇਹ ਭੂਮ ਲੋਕ 'ਚ ਆ ਜਾਂਦੇ, ਦਰਖਤ ਫਸਲ ਬਾੜੀਆਂ ਬਣ ਜਾਂਦੇ, ਕਿਤੇ ਅਸੀਂ ਆਕਾਸ਼ ਲੋਕ ਨੂੰ ਚਲੇ ਜਾਂਦੇ, ਪੰਛੀ ਬਣ ਜਾਂਦੇ। ਹੁਣ ਇਹਨਾਂ ਜੂਨਾਂ ਦੇ ਵਿੱਚੋਂ ਨਿਕਲਦੇ ਆਪਾਂ ਆ ਰਹੇ ਹਾਂ, ਅਤੇ ਸਭ ਤੋਂ ਉੱਤਮ ਹੈ ਮਾਨਸ ਜਨਮ ਜਿਹੜਾ ਹੁਣ ਸਾਨੂੰ ਮਿਲੇ। ਸਾਰੀਆਂ ਜੂਨਾਂ ਦੇ ਵਿੱਚ ਖੇਲ ਆਈ ਚੱਲਦਾ ਤ੍ਰੈ ਗੁਣਾਂ ਦਾ ਹੀ, ਸਾਰਿਆਂ ਦੇ ਅੰਦਰ ਮਾਇਆ, ਸਭ ਦੇ ਅੰਦਰ ਵਿਚਾਰ ਆਈ ਚੱਲਦੇ ਜਿਵੇਂ ਆਪਣੇ ਅੰਦਰ ਚੱਲਦੇ। ਉਹਨਾਂ ਦੇ ਅੰਦਰ ਵੀ ਇਹੀਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠੇ ਨੇ। ਤਾਈਓ ਆਪਾਂ ਦੇਖਦੇ ਹਾਂ ਨਾ ਪਸ਼ੂ ਪੰਛੀ ਉਹ ਵੀ ਲੜਦੇ ਨੇ ਆਪਸ ਵਿੱਚ, ਕਿਉਂਕਿ ਉਹਨਾਂ ਦੇ ਅੰਦਰ ਵੀ ਇਹ ਮਾਇਆ। ਹੁਣ ਜਿਹਨੂੰ ਪੇਟ ਲੱਗਿਆ, ਜਿਹਨੂੰ ਉਧਰ ਲੱਗਿਆ, ਉਧਰ ਕਹਿੰਦੇ ਪੇਟ ਢਿੱਡ, ਵੀ ਜਿਹਨੂੰ ਢਿੱਡ ਲੱਗਿਆ ਚਾਹੇ ਉਹ ਪਸ਼ੂ ਹੈ ਪੰਛੀ ਹੈ ਜੋ ਵੀ 84 ਲੱਖ ਜੂਨ ਨੇ, ਉਹਨੂੰ ਇਹ ਮਾਇਆ ਲੱਗੀ ਹੋਈ, ਉਹਨਾਂ ਦੇ ਅੰਦਰ ਆ ਮਾਇਆ ਹੈ। ਹੁਣ ਆਪਾਂ ਤਾਂ ਮਾਇਆ ਸਮਝਦੇ ਵੀ ਪੈਸੇ ਹਨ, ਵੀ ਜਿਹੜੇ ਪੈਸਾ ਧੇਲਾ ਵੀ ਇਹਨੂੰ ਆਪਾਂ ਕਹਿੰਦੇ ਵੀ ਇਹ ਮਾਇਆ। ਅਸਲ ਦੇ ਵਿੱਚ ਜਿਹੜੀ ਮਾਇਆ ਹੈ, ਜਿਹੜੀ ਮਾਇਆ ਨੇ ਸਾਨੂੰ ਦੁਖੀ ਕੀਤਾ ਹੋਇਆ, ਉਹ ਆ ਮਾਇਆ ਹੈ। ਆ ਤਿੰਨ ਗੁਣ ਇਹ ਸਾਰਿਆਂ ਦੇ ਅੰਦਰ ਹੀ ਹੈ। ਹੁਣ ਜਿਹੜੇ ਪੈਸੇ ਧੇਲੇ ਦੀ ਲੋੜ ਤਾਂ ਸਿਰਫ ਮਾਨਸ ਜਾਮੇ 'ਚ ਆਪਾਂ ਨੂੰ ਹੀ, ਹੋਰ ਪਸ਼ੂ ਪੰਛੀ ਉਹਨਾਂ ਲਈ ਪੈਸੇ ਕੋਈ ਅਹਿਮੀਅਤ ਨਹੀਂ ਰੱਖਦੇ, ਉਹਨਾਂ ਦੇ ਕੰਮ ਦੇ ਨਹੀਂ। ਪਸ਼ੂ ਪੰਛੀ ਉਹਨਾਂ ਨੇ ਪੈਸੇ ਕੀ ਕਰਨੇ, ਪਰ ਜਿਹੜੀ ਮਾਇਆ ਉਹਨਾਂ ਨੂੰ ਵੀ ਲੱਗੀ ਹੋਈ, ਕਿਉਂਕਿ ਇਹ ਮਾਇਆ ਉਹਨਾਂ ਦੇ ਅੰਦਰ ਵਿਚਾਰ ਫੁਰਨੇ, ਉਹਨਾਂ ਦੇ ਅੰਦਰ ਆਈ ਚੱਲਦੇ। ਹੁਣ ਇਹ ਮਾਇਆ ਦਾ ਭੇਦ ਸਾਨੂੰ ਉਦੋਂ ਆਉਂਦਾ ਜਦੋਂ ਸਾਨੂੰ ਸਾਧ ਸੰਗਤ ਮਿਲਦੀ, ਜਦੋਂ ਸਾਨੂੰ ਸੰਗ ਹੁੰਦਾ ਸੰਤਾਂ ਦਾ, ਸਾਧੂਆਂ ਦਾ, ਫਿਰ ਉਹ ਸਾਨੂੰ ਇਹ ਮਾਇਆ ਦਾ ਭੇਦ ਦਿੰਦੇ, ਅਤੇ ਫਿਰ ਅਸੀਂ ਇਹ ਮਾਇਆ ਤੋਂ ਬਾਹਰ ਨਿਕਲਦੇ ਹਾਂ ਜਦੋਂ ਸਾਨੂੰ ਗਿਆਨ ਹੁੰਦਾ, ਜਦੋਂ ਸਾਨੂੰ ਸੋਝੀ ਕਰਾਉਂਦੇ। ਫਿਰ ਅਸੀਂ ਇਹ ਮਾਇਆ 'ਚੋਂ ਬਾਹਰ ਨਿਕਲ ਕੇ ਫਿਰ ਅਸੀਂ ਆਪਦੇ ਘਰ ਜਾਂਦੇ ਹਾਂ। ਇੱਥੇ ਜਿਸ ਵਰਥਾਏ ਮਾਰੇ ਫਰਮਾਉਂਦੇ, ਕਹੋ ਕਬੀਰ ਜਿਸ ਉਧਰ ਇਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ। ਬਾਬਾ ਕਬੀਰ ਜੀ ਕਹਿੰਦੇ ਵੀ ਜਿਹਨੂੰ ਉਧਰ, ਜਿਹਨੂੰ ਪੇਟ ਹੈ ਉਹਨੂੰ ਮਾਇਆ ਲੱਗੀ, ਵੀ ਉਹਦੇ ਅੰਦਰ ਹੀ ਵਿਚਾਰ ਚੱਲਦੇ, ਫੁਰਨੇ ਚੱਲਦੇ। ਔਰ ਇਹ ਮਾਇਆ ਤੋਂ ਕਦੋਂ ਛੁੱਟੇ? ਕਹਿੰਦੇ ਜਦੋਂ ਸਾਧੂ ਜਨਾਂ ਦਾ ਸੰਗ ਹੋ ਗਏ, ਜਦੋਂ ਸਾਧ ਸੰਗਤ ਮਿਲੀ ਤੇ ਫਿਰ ਪਤਾ ਲੱਗਿਆ ਵੀ ਆਹ ਮਾਇਆ। ਹੁਣ ਮਹਾਰਾਜ ਇਸ ਲਈ ਫਿਰ ਕਹਿੰਦੇ ਆਹ ਮਾਇਆ ਹੈ ਜਿਹੜੀ ਸਾਨੂੰ ਪਰਮਾਤਮਾ ਨੂੰ ਭੁਲਾਉਂਦੀ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਇਹ ਉਹ ਮਾਇਆ ਬਈ ਜਿਹੜੀ ਮਾਇਆ ਸਾਡੇ ਅੰਦਰ ਵਿਚਾਰਾਂ ਰੂਪੀ, ਵੀ ਇਹ ਵਿਚਾਰ ਦੇ ਦੇ ਕੇ ਸਾਡਾ ਜਿਹੜਾ ਪਿਆਰ ਹੈ ਇਹ ਦ੍ਰਿਸ਼ਟਮਾਨ ਆਕਾਰਾਂ ਦੇ ਨਾਲ, ਸਰੀਰਾਂ ਦੇ ਨਾਲ ਪੈ ਜਾਂਦਾ। ਹੁਣ ਮਾਰੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਮਾਇਆ ਜਿਹੜੀ ਹੈ ਇਹਦੇ ਵਿੱਚ ਹੁਣ ਮਨ ਆ ਕੇ ਭਰਮ ਦੇ ਵਿੱਚ ਪੈ ਗਈ, ਇਹਦੇ ਵਿੱਚ ਦੁੱਖ ਹੈ। ਅਤੇ ਜਦੋਂ ਅਸੀਂ ਅਗਿਆਨਤਾ ਵਸ ਹੁੰਦੇ, ਸਾਨੂੰ ਨਹੀਂ ਭੇਤ ਹੁੰਦਾ, ਉਦੋਂ ਅਸੀਂ ਇੱਥੇ ਦੁਖੀ ਹੁੰਦੇ। ਜਦੋਂ ਹੁਣ ਆਪਾਂ ਨੂੰ ਇਹ ਭੇਤ ਆ ਗਿਆ, ਸੋਝੀ ਆ ਗਈ ਬਈ ਇਹ ਖੇਲ ਹੈ, ਵਿਚਾਰਾਂ ਦਾ ਖੇਲ ਚੱਲਦਾ ਹੈ, ਮਾਇਆ ਵਿਚਾਰਾਂ ਰੂਪੀ ਮਾਇਆ। ਬਈ ਹੁਣ ਅਸੀਂ ਇਹਨਾਂ ਵਿਚਾਰਾਂ ਤੋਂ, ਫੁਰਨਿਆਂ ਤੋਂ ਮਨ ਨੂੰ ਰਹਿਤ ਕਰਨਾ, ਅਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਗੁਰੂ ਦਾ ਸ਼ਬਦ, ਗੁਰਮੰਤਰ ਦਿੱਤਾ ਜਾਂਦਾ। ਜਦੋਂ ਅਸੀਂ ਇਹ ਗੁਰਮੰਤਰ ਨੂੰ ਦ੍ਰਿੜ ਕਰਾਂਗੇ, ਸਿਮਰਨ ਕਰਾਂਗੇ, ਅਤੇ ਅਸੀਂ ਫਿਰ ਇਸ ਮਾਇਆ ਤੋਂ, ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਵਾਂਗੇ। ਤਾਈਓ ਮਾਰੇ ਸਾਨੂੰ ਫਿਰ ਸਮਝਾਉਂਦੇ ਵੀ ਇਹ ਗੁਰਮੰਤਰ ਨੂੰ ਚਿਤਾਰੋ, ਵੀ ਸਿਮਰਨ ਅਭਿਆਸ ਕਰੋ। ਜਦੋਂ ਅਭਿਆਸ ਕਰਾਂਗੇ ਫਿਰ ਇਹ ਸਾਡਾ ਮਨ ਜਾਗਣਾ ਮਾਇਆ ਦੇ ਵਿੱਚ। ਜੋ ਮਾਰੇ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਇੱਥੇ ਸਿਮਰਨ ਕਰਕੇ ਜਿਹੜਾ ਸੁੱਤਾ,
ਵਿਚਾਰਾਂ 'ਚ ਇਹਨੂੰ ਜਗਾ ਲਓ। ਹੁਣ ਵਿਚਾਰਾਂ ਤੋਂ ਫੁਰਨਿਆਂ ਤੋਂ ਇਹਨੂੰ ਰਹਿਤ ਕਰ ਲਓ। ਹੁਣ ਕਿਵੇਂ ਰਹਿਤ ਹੋਣਾ? ਕਹਿੰਦੇ ਸਿਮਰਨ ਕਰਕੇ। ਵੀ ਸਿਮਰਨ ਕਰੋਗੇ ਤੇ ਫਿਰ ਸੁੱਤਾ ਹੋਇਆ ਜਾਗੇਗਾ। ਜਦ ਤੱਕ ਸਿਮਰਨ ਨਹੀਂ ਕਰਦੇ ਜਾਗਦਾ ਨਹੀਂ, ਸੁੱਤਾ ਰਹਿੰਦਾ ਗੌੜੀ ਨੀਂਦ ਦੇ ਵਿੱਚ। ਹੁਣ ਤਾਂ ਫਿਰ ਸਾਡੇ ਮਨ ਨੂੰ ਕਹਿੰਦੇ ਵੀ ਸੁੱਤਾ ਨਾ ਰਹਿ ਭਰਮ ਦੇ ਵਿੱਚ ਇੱਥੇ, ਵੀ ਤੂੰ ਜਾਗ। ਹੁਣ ਪਹਿਲਾਂ ਤਾਂ ਕਿੰਨੇ ਯੁੱਗ ਬੀਤ ਗਏ ਵੀ ਸਾਨੂੰ ਇਹ ਖੇਲ ਨੂੰ ਹਾਰਦੇ ਹਨ। ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਬਈ ਇੰਨੇ ਯੁੱਗ ਅਸੀਂ ਆ ਜੂਨਾਂ 'ਚ ਤਰਲੋਕੀ 'ਚ ਫਿਰਦੇ ਰਹੇ ਆਕਾਰਾਂ ਦੇ ਵਿੱਚ। ਹੁਣ ਸਾਨੂੰ ਇਹ ਮਾਨਸ ਜਾਮਾ ਮਿਲਿਆ ਅਤੇ ਵਾਰੀ ਮਿਲੀ, ਬਈ ਤਾਂ ਕਿ ਹੁਣ ਅਸੀਂ ਇਹ ਖੇਲ ਨੂੰ ਸਮਝ ਕੇ ਹੁਣ ਅਸੀਂ ਆਪਦੇ ਘਰ ਚਲੇ ਜਾਈਏ। ਨਾਨਕ ਕਹਿਤ ਮਿਲਣ ਕੀ ਵਾਰੀ ਆ, ਸਿਮਰਤ ਕਹਾ ਨਹੀਂ। ਵੀ ਹੁਣ ਮਿਲਣ ਦੀ ਵਾਰੀ, ਹੁਣ ਕਿਉਂ ਨਹੀਂ ਸਿਮਰਨ ਕਰਦੇ? ਬਈ ਪਹਿਲਾਂ ਤਾਂ ਅਸੀਂ ਹਾਰਦੇ ਰਹੇ, ਕਿਉਂਕਿ ਸਾਨੂੰ ਉਹਨਾਂ ਜੂਨਾਂ ਉਹਨਾਂ ਆਕਾਰਾਂ ਦੇ ਵਿੱਚ ਸਾਨੂੰ ਇਹ ਖੇਲ ਨਹੀਂ ਸਮਝਾਇਆ ਜਾਂਦਾ, ਸਾਨੂੰ ਨਹੀਂ ਭੇਤ ਆਉਂਦਾ। ਹੋਰਾਂ ਜੂਨਾਂ 'ਚ ਤਾਂ ਭੇਤ ਆਉਣਾ ਕੀ ਹੈ? ਮਾਨਸ ਜਾਮੇ 'ਚ ਆਪਾਂ ਨੂੰ ਨਹੀਂ ਭੇਤ ਆਉਂਦਾ ਜਦ ਤੱਕ ਅਸੀਂ ਸੰਗਤ ਨਹੀਂ ਕਰਦੇ। ਜਦ ਤੱਕ ਆਪਾਂ ਨੂੰ ਸਤ ਸੰਗਤ ਨਹੀਂ ਮਿਲਦੀ ਉਹਨਾਂ ਸਮਾਂ ਆਪਾਂ ਨੂੰ ਕਿਹੜਾ ਸਮਝ ਲੱਗਦੀ। ਹੋਰਾਂ ਜੂਨਾਂ 'ਚ ਤਾਂ ਸਮਝ ਲੱਗਣੀ ਕਿਸੇ ਨੂੰ ਕੀ ਹੈ। ਮਾਨਸ ਜਾਮੇ ਵਿੱਚ ਵੀ ਸਾਨੂੰ ਫੇਰ ਸਮਝ ਲੱਗਦੀ ਜਦੋਂ ਸਾਡਾ ਪਿਛਲਾ ਪੂਰਬਲਾ ਕੋਈ ਅੰਕਰ ਕਰਮ ਸਾਡਾ ਕੋਈ ਚੰਗਾ ਉਹ ਪ੍ਰਗਟ ਹੁੰਦਾ। ਫਿਰ ਸਾਨੂੰ ਸਤ ਸੰਗਤ ਮਿਲਦੀ, ਫਿਰ ਸਾਨੂੰ ਸਾਧੂ ਜਨਾਂ ਦਾ ਸੰਗ ਹੁੰਦਾ। ਮਹਾਰਾਜ ਦੱਸਦੇ ਵੀ ਫਿਰ ਸਾਡੇ ਸਮਝ ਲਓ ਵੀ ਭਲੇ ਦਿਨ ਆ ਗਏ, ਵੀ ਸਾਡਾ ਜਿਹੜਾ ਸਮਾਂ ਉਹ ਚੰਗਾ ਆ ਗਿਆ। ਰਮਾਉਂਦੇ ਨੇ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ। ਬਈ ਸਾਡੇ ਭਲੇ ਦਿਨ ਆ ਗਏ, ਸਾਡੇ ਚੰਗੇ ਦਿਨ ਆ ਗਏ ਜਦੋਂ ਸਾਨੂੰ ਸਾਧੂ ਜਨਾਂ ਦੀ ਭੇਟ ਹੋ ਗਈ, ਜਦੋਂ ਸਾਧੂ ਦਾ ਸੰਗ ਮਿਲ ਗਿਆ। ਫਿਰ ਉਹ ਸਾਧੂ ਜਨ ਆਪਾਂ ਨੂੰ ਇਹ ਖੇਲ ਸਮਝਾਉਂਦੇ ਅਤੇ ਫਿਰ ਆਪਾਂ ਨੂੰ ਸਮਝ ਲੱਗਦੀ ਵੀ ਆਹ ਖੇਲ ਚੱਲਦਾ। ਨਹੀਂ ਤਾਂ ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਆ 4 ਯੁੱਗ ਹੋ ਗਏ ਆਪਾਂ ਨੂੰ ਇੱਥੇ ਹੀ ਘੁੰਮੀ ਜਾਂਦੇ ਹਾਂ ਇਹਦੇ ਵਿੱਚ। 7 ਯੁੱਗ ਬੀਤ ਗਿਆ, ਤ੍ਰੇਤਾ ਦੁਆਪਰ ਬੀਤ ਗਿਆ, ਕਲ ਯੁੱਗ ਆ ਗਿਆ। ਇਹ 4 ਯੁੱਗ ਹੋ ਗਏ ਸਾਨੂੰ ਇੱਥੇ ਘੁੰਮਦਿਆਂ ਨੂੰ। ਅਸੀਂ ਇੱਥੋਂ ਨਿਕਲ ਨਹੀਂ ਸਕਦੇ ਆਪਦੇ ਆਪ। ਜਦ ਤੱਕ ਸਾਨੂੰ ਸੰਤ ਸਾਧੂ ਜਨ ਨਾ ਮਿਲਣ, ਉਹ ਸਾਨੂੰ ਇਹ ਖੇਲ ਨੂੰ ਸਮਝਾਉਂਦੇ, ਫਿਰ ਸਾਨੂੰ ਸਮਝ ਲੱਗਦੀ ਅਤੇ ਫਿਰ ਅਸੀਂ ਇੱਥੋਂ ਨਿਕਲਦੇ। ਸੋ ਤਾਂ ਫਿਰ ਮਹਾਰਾਜ ਕਹਿੰਦੇ ਵੀ ਸਾਡੇ ਭਲੇ ਦਿਨ ਆ ਗਏ, ਵੀ ਜਦੋਂ ਸਾਨੂੰ ਸਾਧ ਸੰਗਤ ਮਿਲ ਗਈ। ਸਾਧ ਸੰਗਤ 'ਚ ਆ ਕੇ ਫਿਰ ਸਾਨੂੰ ਇਹ ਭੇਦ ਆਉਂਦਾ ਵੀ ਕਿਵੇਂ ਸਾਡਾ ਮਨ ਸੁੱਤਾ ਅਤੇ ਕਿਵੇਂ ਹੁਣ ਇਹਨੂੰ ਸੁੱਤੇ ਹੋਏ ਨੂੰ ਜਗਾਉਣਾ। ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਕਰਾਉਂਦੇ ਸੰਤ ਸਾਧੂ ਜਨ। ਕਿਉਂਕਿ ਉੱਦਾਂ ਸਾਨੂੰ ਸਮਝ ਨਹੀਂ ਲੱਗਦੀ ਇਹ ਖੇਲ ਦੀ। ਨਾ ਸਮਝ ਲੱਗਣ ਕਰਕੇ ਫਿਰ ਸਮਝਾਉਣ ਲਈ ਸਾਨੂੰ ਸਿਮਰਨ ਕਰਾਉਂਦੇ ਵੀ ਤਾਂ ਕਿ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ। ਫਿਰ ਸਾਨੂੰ ਇਹ ਖੇਲ ਦੀ ਸਮਝ ਆਉਣੀ, ਫਿਰ ਸਾਨੂੰ ਇਹ ਗਿਆਨ ਹੋਣਾ। ਜਦ ਤੱਕ ਸਾਡਾ ਮਨ ਸੁੱਤਾ ਉਹਨਾਂ ਸਮੇਂ ਨੂੰ ਕੋਈ ਸਮਝ ਨਹੀਂ ਆਉਂਦੀ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਹਿੰਦੇ ਕੀ ਨੇ, ਕੀ ਸੁਣਾਉਂਦੇ ਨੇ। ਸੋ ਤਾਂ ਫਿਰ ਮਹਾਰਾਜ ਕਹਿੰਦੇ ਵੀ ਸੁੱਤੇ ਨਾ ਰਹੋ, ਮਨ ਨੂੰ ਕਹਿੰਦੇ ਵੀ ਤੂੰ ਜਾਗ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਮਾਲਕ ਬੋਲ ਰਹੇ, ਸਾਨੂੰ ਗੁਰਬਾਣੀ ਗੁਰੂ ਸਮਝਾ ਰਹੇ ਵੀ ਹੁਣ ਤੁਸੀਂ ਜਾਗੋ, ਬਹੁਤ ਸਮਾਂ ਹੋ ਗਿਆ ਸੁੱਤਿਆਂ। ਚੌਥਾ ਜੋਗੇ ਅਸੀਂ ਸੁੱਤੇ ਹੀ ਆ ਰਹੇ ਹਾਂ, ਅੱਗੇ ਦੀ ਅੱਗੇ ਗਾਂ ਦੀ ਗਾਂ ਆਕਾਰਾਂ ਦੇ ਵਿੱਚ ਤੁਰੇ ਆ ਰਹੇ ਹਾਂ। ਕਿੰਨੇ ਅਸੀਂ ਆਕਾਰ ਇੱਥੇ ਲੈ ਚੁੱਕੇ। ਮਹਾਰਾਜ ਦੱਸਦੇ ਆਪਾਂ ਨੂੰ ਵੀ ਕਿਤੇ ਅਸੀਂ ਆ ਰੁੱਖ ਬਿਰਖ ਬਣਦੇ ਰਹੇ, ਕਿਤੇ ਅਸੀਂ ਇਹ ਪੰਛੀ ਬਣਦੇ ਰਹੇ ਸਤੋਗੁਣ 'ਤੇ, ਕਿਤੇ ਅਸੀਂ ਇਹ ਭੂਮ ਲੋਕ 'ਚ ਆ ਗਏ ਸੱਪ ਬਣ ਗਏ। ਕਿੰਨੀਆਂ ਕੋਲਾਂ ਸੱਪਾਂ ਦੀਆਂ ਅਸੀਂ ਬਣ ਕੇ ਨਗਾਤੀ।
ਇਹਨਾਂ ਆਕਾਰਾਂ ਦੇ ਵਿੱਚੋਂ ਅਸੀਂ ਹੁੰਦੇ ਆ ਰਹੇ। ਕਿਤੇ ਰੁੱਖ ਬਿਰਖ ਹਮ ਚੀਨੇ, ਕਿਤੇ ਜੰਤ ਪਾਏ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ। ਬਈ ਇਹਨਾਂ ਆਕਾਰਾਂ ਦੇ ਵਿੱਚ ਦੀ ਅਸੀਂ ਕਿੰਨੀ ਵਾਰ ਹੁੰਦੇ ਆ ਰਹੇ। ਜਿਹਨੂੰ ਮਾਰੇ ਕਹਿੰਦੇ ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹੋ ਦੇ ਸੰਜਰੀਆ। ਬਈ ਪਹਿਲਾਂ ਤਾਂ ਅਸੀਂ ਇਹਨਾਂ ਜੂਨਾਂ 'ਚ ਹੁੰਦੇ ਆ ਰਹੇ। ਆਹ ਸਾਡਾ ਪਿਛੋਕੜ। ਹੁਣ ਸਾਨੂੰ ਬੜੇ ਚਿਰਾਂ ਬਾਅਦ ਇਹ ਦੇਹੀ ਮਿਲੀ ਮਾਨਸ ਜੰਮ। ਕਾਹਦੇ ਵਾਸਤੇ ਮਿਲੀ? ਮਹਾਰਾਜ ਕਹਿੰਦੇ ਮਾਲਕ ਨੂੰ ਮਿਲਣ ਵਾਸਤੇ, ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ। ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਸਿਮਰਨ ਕਰੋ, ਜਾਗੋ। ਅਤੇ ਫਿਰ ਸਾਨੂੰ ਇਹ ਸਮਝ ਲੱਗਣੀ ਵੀ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ। ਆਓ ਹੁਣ ਅਸੀਂ ਕਿਵੇਂ ਮਨ ਨੂੰ ਜਗਾਉਣਾ, ਜੋ ਮਹਾਰਾਜ ਆਪਾਂ ਨੂੰ ਸਾਸ ਗ੍ਰਾਸ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਕਰਦੇ, ਫਿਰ ਆਪਣਾ ਮਨ ਇਹ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ। ਜਿਹੜੇ ਇੱਥੇ ਵਿਚਾਰ ਚੱਲਦੇ ਰਹਿ ਗੁਣਾਂ ਦੇ ਵਿੱਚ, ਸਾਡਾ ਮਨ ਫਿਰ ਇਹਨਾਂ ਤੋਂ ਉੱਪਰ ਉੱਠ ਜਾਂਦਾ।
ਜਦੋਂ ਇਹ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਂਦਾ। ਜਿਸੇ ਕੋਈ ਵਿਚਾਰ ਨਹੀਂ, ਕੋਈ ਫੁਰਨਾ ਨਹੀਂ, ਉਹ ਆਪਣਾ ਘਰ ਹੈ। ਅਸੀਂ ਇੱਥੇ ਚਲੇ ਜਾਂਦੇ, ਜਿੱਥੇ ਵਿਚਾਰ ਚੱਲਦੇ ਫੁਰਨੇ, ਫਿਰ ਅਸੀਂ ਇਹ ਮਾਇਆ ਦੇ ਘਰ ਆ ਜਾਂਦੇ। ਇਹਨੂੰ ਬਗਾਨਾ ਘਰ ਕਹਿੰਦੇ, ਬਗਾਨਾ ਦੇਸ਼ ਕਹਿੰਦੇ। ਹੁਣ ਆਵਾਂ ਨੂੰ ਕਹਿੰਦੇ ਵੀ ਤੁਸੀਂ ਘਰ ਰਹੋ, ਬਈ ਤੁਸੀਂ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਰਹੋ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋਵਾਂਗੇ, ਅਸੀਂ ਘਰ ਬੈਠੇ ਰਹਾਂਗੇ। ਜਦੋਂ ਅਸੀਂ ਇੱਧਰ ਵਿਚਾਰਾਂ 'ਚ ਆ ਗਏ, ਅਸੀਂ ਬਗਾਨੇ ਘਰ ਆ ਗਏ। ਫਿਰ ਇਹੋ ਖੇਲ ਹੈ ਆਪਾਂ ਨੂੰ ਸਮਝਾਉਂਦੇ ਬਈ ਤੁਸੀਂ ਘਰ ਰਹੋ। ਜਦੋਂ ਤੁਸੀਂ ਘਰ ਬੈਠੋਗੇ, ਸਤਿਗੁਰੂ ਕਹਿੰਦੇ ਤੁਹਾਡੇ ਕਾਰਜ ਸਾਰੇ ਮੈਂ ਕਰ ਦਾਂਗਾ। ਇਹਨੂੰ ਥਿਰ ਘਰ ਕਹਿੰਦੇ। ਥਿਰ ਘਰ ਬੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਾਖੀ ਕਰਤਾਰੇ। ਬਈ ਤੇਰੀ ਪੈਜ ਵੀ ਰੱਖ ਲਾਂਗਾ, ਇਹਨਾਂ ਦੂਤਾਂ ਨੂੰ ਵੀ ਮਾਰ ਦਾਂਗਾ, ਤੂੰ ਘਰ ਬੈਠ ਜਾ। ਹੁਣ ਇਹ ਘਰ ਸਾਡਾ ਮਨ ਉਦੋਂ ਬਹਿੰਦਾ ਜਦੋਂ ਇਹਨੂੰ ਗਿਆਨ ਹੁੰਦਾ, ਜਦੋਂ ਇਹਨੂੰ ਸੋਝੀ ਹੁੰਦੀ, ਫਿਰ ਇਹ ਘਰ ਬੈਠ ਜਾਂਦਾ। ਜਦ ਤੱਕ ਇਹਨੂੰ ਗਿਆਨ ਨਹੀਂ, ਇਹਨੂੰ ਸੋਝੀ ਨਹੀਂ, ਉਹਨਾਂ ਸਮਾਂ ਇਹਨੂੰ ਘਰ ਦਾ ਪਤਾ ਹੀ ਨਹੀਂ, ਤੇ ਘਰੇ ਬਹਿੰਦਾ ਹੀ ਨਹੀਂ। ਫਿਰ ਇੱਧਰ ਬਗਾਨੇ ਘਰ 'ਚ ਹੀ ਰਹਿੰਦਾ, ਵਿਚਾਰਾਂ 'ਚ ਹੀ ਭੱਜਾ ਫਿਰਦਾ, ਫੁਰਨਿਆਂ 'ਚ। ਫਿਰ ਇਹਨਾਂ ਵਿਚਾਰਾਂ ਦੇ ਵਿੱਚ ਦੁੱਖ, ਜਦੋਂ ਇਹ ਵਿਚਾਰਾਂ 'ਚ ਹੁੰਦਾ, ਵਿਚਾਰਾਂ 'ਚ ਦੁੱਖ, ਵਿਚਾਰਾਂ ਦੇ ਵਿੱਚ ਹੀ ਪਾਪ ਪਾਉਂਦੇ, ਵਿਚਾਰਾਂ ਦੀ ਇਹ ਸੰਸਾਰ ਦੇ ਰਿਸ਼ਤੇ ਨਾਤੇ ਸਾਡੇ, ਵਿਚਾਰਾਂ 'ਚ ਹੀ ਦੁੱਖ ਸੁੱਖ, ਇਹ ਸਾਰਾ ਫਿਰ ਸ਼ੁਰੂ ਹੋ ਜਾਂਦਾ। ਹੁਣ ਜੇ ਅਸੀਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਾਂਗੇ, ਅਸੀਂ ਇਹ ਖੇਲ ਨੂੰ ਸਮਝ ਜਾਂਗੇ ਬਈ ਇਹ ਤਾਂ ਇੱਕ ਸਾਡਾ ਸੰਜੋਗ ਹੈ, ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋਏ। ਮਹਾਰਾਜ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ। ਬਈ ਇਹ ਮਾਤਾ ਪਿਤਾ, ਭੈਣ ਭਾਈ, ਧੀਆਂ ਪੁੱਤਰ, ਸੰਗੀ ਸਾਥੀ, ਇਹ ਸਭ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ। ਪਰ ਜਿਹੜਾ ਮਨਮੁਖ ਹੈ ਉਹ ਕਹਿੰਦਾ ਮੇਰੇ ਨੇ। ਮਹਾਰਾਜ ਕਹਿੰਦੇ ਵੀ ਇਹ ਸੰਜੋਗ ਹੈ, ਧੀਆਂ ਪੂਤ ਸੰਜੋਗ, ਮਨਮੁਖ ਜਾਣੇ ਆਪਣੇ, ਮਨਮੁਖ ਕਹਿੰਦਾ ਮੇਰੇ ਨੇ। ਇਹ ਅਸੀਂ ਉਦੋਂ ਹੀ ਕਹਿੰਦੇ ਮੇਰੇ, ਵੀ ਜਦੋਂ ਅਸੀਂ ਅਗਿਆਨਤਾ ਵਸ ਹੁੰਦੇ, ਜਦੋਂ ਸਾਡਾ ਮਨ ਸੁੱਤਾ ਹੁੰਦਾ, ਜਦੋਂ ਸਾਡਾ ਮਨ ਜਾਗ ਪਏਗਾ, ਵਿਚਾਰਾਂ ਤੋਂ ਰਹਿਤ ਹੋ ਜਾਏਗਾ, ਤੇ ਫਿਰ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਸੰਜੋਗ ਹੈ। ਪਿਛਲੇ ਜਨਮਾਂ ਦੇ ਅਸੀਂ ਇਕੱਠੇ ਹੋਏ ਹਾਂ, ਤੇ ਖੇਲ ਇਕੱਲੇ ਇਕੱਲਿਆਂ ਦਾ ਆਪੋ ਆਪਣਾ। ਇਕੱਲੇ ਅਸੀਂ ਆਏ ਹਾਂ, ਤੇ ਇਕੱਲਿਆਂ ਨੇ ਇੱਥੋਂ ਵਾਪਸ ਜਾਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਗਾ, ਜਾਂ ਸਾਡੇ ਨਾਲ ਕੋਈ ਹੋਰ ਜਾਏਗਾ, ਹੋਰ ਕਿਸੇ ਨੇ ਨਾਲ ਨਹੀਂ ਜਾਣਾ ਸਾਡੇ। ਮਹਾਰਾਜ ਇਸ ਲਈ ਫਰਮਾਉਂਦੇ, ਮਾਤ ਪਿਤਾ ਸਤ ਬੰਧ, ਬੈਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਬਈ ਇਹ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋਏ ਹਾਂ, ਤੇ ਪਹਿਲਾਂ ਵੀ ਸੰਜੋਗ ਜੁੜਦੇ ਰਹੇ। ਇਹ ਥੋੜ੍ਹੀ ਵੀ ਅਸੀਂ ਹੁਣ ਨਵੇਂ ਆਏ ਹਾਂ। ਪਹਿਲਾਂ ਵੀ ਪਤਾ ਨਹੀਂ ਕਿੰਨੀ ਕੁ ਵਾਰ ਅਸੀਂ ਜਿਨ੍ਹਾਂ ਦੇ ਮਾਂ ਪਿਓ ਬਣੇ, ਉਹ ਸਾਡੇ ਬੱਚੇ ਬਣੇ, ਮੁੜ ਕੇ ਉਹੀਓ ਸਾਡੇ ਮਾਂ ਪਿਓ ਬਣ ਜਾਂਦੇ। ਇਹ ਖੇਲ ਚੱਲਦਾ ਹੀ ਆ ਰਿਹਾ। ਜੁੜ ਕੇ ਅਸੀਂ ਫਿਰ ਵਿਛੜ ਜਾਂਦੇ, ਫਿਰ ਜੁੜ ਜਾਂਦੇ, ਫਿਰ ਵਿਛੜ ਜਾਂਦੇ। ਮਹਾਰਾਜ ਕਹਿੰਦੇ ਜੁੜ ਜੁੜ ਵਿਛੜੇ, ਵਿਛੜ ਜੁੜੇ। ਬਈ ਅਸੀਂ ਕਿੰਨੀ ਵਾਰ ਜੁੜੇ, ਫਿਰ ਵਿਛੜੇ, ਫਿਰ ਜੁੜੇ, ਫਿਰ ਵਿਛੜ ਗਏ। ਹੁਣ ਇਹ ਸਾਨੂੰ ਦੱਸੇ ਕੌਣ ਵੀ ਕਿਹੜੀ ਵਿਧੀ ਕਰਕੇ ਅਸੀਂ ਵਿਛੜਦੇ ਹਾਂ, ਤੇ ਹੁਣ ਅਸੀਂ ਕਿਹੜੀ ਵਿਧੀ ਅਪਣਾਈਏ ਵੀ ਹੁਣ ਸਾਡਾ ਵਿਛੋੜਾ ਨਾ ਪਵੇ, ਅਸੀਂ ਅੱਗੇ ਜਾ ਕੇ ਵੀ ਮਿਲ ਪਈਏ ਆਪਦੇ ਘਰ ਦੇ ਵਿੱਚ। ਮਹਾਰਾਜ ਕਹਿੰਦੇ ਕਿਤ ਵਿਦ ਵਿਛੜੇ, ਕਿਤ ਵਿਦ ਮਿਲੀਏ, ਵਿਦ ਕੌਣ ਪ੍ਰਗਟਾਈ ਜੀਓ। ਬਈ ਉਹ ਕਿਹੜੀ ਵਿਧੀ ਹੈ ਜਿਹੜੀ ਕਰਕੇ ਅਸੀਂ ਵਿਛੜਦੇ ਹਾਂ, ਤੇ ਹੁਣ ਕਿਹੜੀ ਨਾਲ ਸਾਡਾ ਮਿਲਾਪ ਹੋਵੇ, ਕਿਹੜੀ ਵਿਧੀ ਤਰੀਕਾ ਅਪਣਾਈ। ਫਿਰ ਮਹਾਰਾਜ ਕਹਿੰਦੇ ਵੀ ਇਹ ਸਾਨੂੰ ਗੁਰਮੁਖ ਦੱਸਦੇ। ਬਈ ਜਿਹੜੇ ਤਾਂ ਗੁਰਮੁਖ ਉਹ ਮਿਲ ਪੈਂਦੇ, ਜਿਹੜੇ ਮਨਮੁਖ ਉਹ ਵਿਛੜ ਜਾਂਦੇ। ਗੁਰਮੁਖ ਮਿਲੀਏ, ਮਨਮੁਖ ਵਿਛੜੇ,
ਇਹ ਵਿਦ ਗੁਰਮੁਖ ਪ੍ਰਗਟਾਈ ਜੀ। ਵੀ ਗੁਰਮੁਖ ਸਾਨੂੰ ਦੱਸਦਾ ਵੀ ਕਿਹੜੀ ਵਿਧੀ ਅਸੀਂ ਪਹਿਲਾਂ ਅਪਣਾਉਂਦੇ ਹਾਂ, ਬਈ ਜਿਹਦੇ ਕਰਕੇ ਅਸੀਂ ਵਿਛੜਦੇ ਹਾਂ, ਸਾਡਾ ਵਿਯੋਗ ਹੁੰਦਾ। ਉਹ ਵਿਧੀ ਹੈ ਵੈਰ ਵਿਰੋਧ ਵਾਲੀ। ਜਦੋਂ ਅਸੀਂ ਇੱਕ ਦੂਸਰੇ ਨਾਲ ਵੈਰ ਵਿਰੋਧ ਕਰਦੇ ਹਾਂ, ਈਰਖਾ ਨਫ਼ਰਤ ਕਰਦੇ ਹਾਂ, ਫਿਰ ਅਸੀਂ ਵਿਛੜ ਜਾਂਦੇ, ਸਾਡਾ ਫਿਰ ਵਿਯੋਗ ਹੋ ਜਾਂਦਾ, ਅਸੀਂ ਫਿਰ ਵਾਪਸ ਜੂਨਾਂ 'ਚ ਮੁੜ ਜਾਂਦੇ। ਮਹਾਰਾਜ ਕਹਿੰਦੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਇਹ ਆਹੂੰ ਜੁਗਤ ਬਿਹਾਨੇ ਕਈ ਜਨਮ। ਬਈ ਅਸੀਂ ਪਹਿਲਾਂ ਵੀ ਇਹ ਜੁਗਤ ਹੀ ਅਪਣਾਈ ਤੇ ਇਸ ਕਰਕੇ ਅਸੀਂ ਹਾਰ ਜਾਂਦੇ, ਅਸੀਂ ਵਿਛੜ ਜਾਂਦੇ। ਹੁਣ ਅਸੀਂ ਕਿਹੜੀ ਜੁਗਤੀ ਅਪਣਾਈਏ ਵੀ ਸਾਡਾ ਵਿਛੋੜਾ ਨਾ ਪਵੇ। ਫਿਰ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਵੀ ਇਹ ਅੱਗੇ ਸੰਜੋਗ ਵਧੇਗਾ ਸਾਡਾ। ਮਹਾਰਾਜ ਕਹਿੰਦੇ ਸਹੀ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਬਈ ਉਹ ਸੰਜੋਗ ਕਰੋ ਵੀ ਅਸੀਂ ਇਕੱਠੇ ਸਿਮਰਨ ਕਰੀਏ, ਮਾਲਕ ਦੇ ਗੁਣ ਗਾਈਏ। ਜਦੋਂ ਗੁਣ ਗਾਵਾਂਗੇ ਅਸੀਂ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਗੇ, ਅਸੀਂ ਆਪਦੇ ਘਰ ਜਾ ਕੇ ਉੱਥੇ ਵੀ ਮਿਲ ਪਾਂਗੇ। ਜੇ ਹੁਣ ਅਸੀਂ ਮਾਲਕ ਦੇ ਗੁਣ ਨਹੀਂ ਗਾਵਾਂਗੇ, ਸਿਮਰਨ ਨਹੀਂ ਕਰਾਂਗੇ, ਫਿਰ ਮਨਮੁਖ ਦਾ ਇੱਥੇ ਹੀ ਵਿਛੜ ਜਾਂਦੇ, ਅੱਗੇ ਤਾਂ ਮਿਲਣਾ ਹੀ ਕੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹਨਾਂ ਕੱਚਿਆਂ ਨਾਲੋਂ ਛੱਡ ਕੇ ਮਨਮੁਖਾਂ ਨਾਲੋਂ ਬਈ ਉਹ ਸੱਜਣ ਲੱਭੋ ਸੰਤ ਪੱਕੇ, ਵੀ ਜਿਹੜੇ ਸਾਨੂੰ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ। ਨਾਨਕ ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕੇ, ਉਹ ਇਹ ਜਵੰਦੇ ਵਿਛੜੇ ਉਹ ਮੋਇਆ ਨਾ ਜਾਸੀ ਛੋੜ। ਵੀ ਇੱਕ ਤਾਂ ਜਿਉਂਦੇ ਜੀ ਵਿਛੜ ਗਏ, ਮਨਮੁਖ ਤਾਂ ਵਿਛੜ ਹੀ ਜਾਂਦੇ, ਉਹਨਾਂ ਨੇ ਤਾਂ ਅੱਗੇ ਮਿਲਣਾ ਕੀ ਆ, ਉਹ ਤਾਂ ਇੱਥੇ ਵਿਛੜ ਜਾਂਦੇ। ਜਿਹੜੇ ਗੁਰਮੁਖ ਸੰਤ ਉਹ ਸਾਨੂੰ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ, ਕਿਉਂਕਿ ਉਹ ਉੱਥੇ ਵੀ ਮਿਲ ਪੈਂਦੇ, ਆਪਦੇ ਘਰ ਜਾ ਕੇ ਦਰਗਾਹ 'ਚ ਮਿਲ ਪੈਣਗੇ। ਸੋ ਇਹ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਇਹ ਤਾਂ ਹੀ ਹੋਏਗਾ ਜੇ ਹੁਣ ਅਸੀਂ ਸਿਮਰਨ ਕਰਾਂਗੇ, ਅਸੀਂ ਜਾਗਾਂਗੇ। ਹੁਣ ਜਾਗਣ ਲਈ, ਇੱਥੋਂ ਨਿਕਲਣ ਲਈ ਇਹਨਾਂ ਤਿੰਨਾਂ ਗੁਣਾਂ ਤੋਂ ਵੱਧ ਹੀ ਆਪਾਂ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਦੇ ਨਾਲ ਨਾਲ ਖੋਜਣਾ ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ, ਨਾਲ ਨਾਲ ਸਾਡਾ ਮਨ ਧੋਤਾ ਜਾਏਗਾ, ਸਾਡਾ ਮਨ ਇੱਥੋਂ ਬਾਹਰ ਨਿਕਲ ਜਾਏਗਾ। ਕਿਉਂਕਿ ਜੋ ਗੁਰਬਾਣੀ ਗੁਰੂ ਇਹ ਚੌਥੇ ਪਦ ਦੀ ਬਾਣੀ, ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ ਤੇ ਸਾਨੂੰ ਉੱਥੇ ਹੀ ਲੈ ਜਾਣਗੇ ਜਿੱਥੇ ਦੀ ਗੱਲ ਕਰਦੇ, ਚੌਥੇ ਪਦ ਦੀ। ਇਉਂ ਮਹਾਰਾਜ ਫਰਮਾਉਂਦੇ ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਈ ਇਹ ਮਹਾਂਪੁਰਖਾਂ ਦੀ, ਗੁਰੂਆਂ ਦੀ, ਭਗਤਾਂ ਦੀ ਬਾਣੀ ਜੇ ਅਸੀਂ ਵਿਚਾਰਾਂਗੇ ਸਹਿਜ, ਤੇ ਸਾਡਾ ਵਾਸਾ ਥਿਰ ਘਰ ਹੋ ਜਾਣਾ, ਇੱਥੇ ਨਿਜ ਘਰ ਦੇ ਵਿੱਚ ਸਾਨੂੰ ਇੱਥੇ ਬਚਾ ਦੇਣਗੇ। ਇਸ ਲਈ ਆਪਾਂ ਗੁਰਬਾਣੀ ਗੁਰੂ ਨੂੰ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਦੇ ਹਾਂ, ਵਾਰ-ਵਾਰ ਅਸੀਂ ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ, ਉਪਦੇਸ਼ ਨੂੰ ਦ੍ਰਿੜ ਕਰਦੇ ਹਾਂ, ਇਹ ਆਪਾਂ ਨੂੰ ਸਮਝ ਲੱਗੇਗੀ ਵੀ ਸਾਨੂੰ ਕੀ ਸਮਝਾਉਣਾ ਚਾਹੁੰਦੇ, ਕੀ ਸਾਨੂੰ ਗਿਆਨ ਦੇ ਰਹੇ। ਇਸ ਲਈ ਫਿਰ ਇਹ ਆਪਾਂ ਵੱਧ ਤੋਂ ਵੱਧ ਇਹ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ ਤੇ ਆਪਾਂ ਨੂੰ ਸਮਝ ਲੱਗ ਜੇ, ਤੇ ਆਪਾਂ ਵੀ ਇਸੋਂ ਨਿਕਲ ਕੇ ਆਪਦੇ ਘਰ ਜਾ ਸਕੀਏ, ਵਾਪਸ ਮਾਲਕ ਨਾਲ ਅਸੀਂ ਮਿਲਾਪ ਕਰ ਸਕੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।